ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਡੀਓ ਜੋ ਵਿਚਾਰ ਲੜੀ ਸਾਡੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਗ੍ਰੰਥ ਦੇ ਬਾਰੇ, ਉਸ ਨੂੰ ਅਸੀਂ ਅੱਜ ਅੱਗੇ ਵਿਚਾਰਾਂਗੇ। ਸਿੱਖ ਧਰਮ ਵਿੱਚ ਗੁਰਬਾਣੀ ਅਤੇ ਇਤਿਹਾਸ ਦੋ ਐਸੇ ਪਹਿਲੂ ਹਨ ਜਿਨ੍ਹਾਂ ਤੋਂ ਬਗੈਰ ਅਸੀਂ ਆਪਣੇ ਜੀਵਨ ਦੀ ਮੰਜ਼ਿਲ ਵੱਲ ਅੱਗੇ ਨਹੀਂ ਵੱਧ ਸਕਦੇ। ਇਤਿਹਾਸ ਵੀ ਬਹੁਤ ਜ਼ਰੂਰੀ ਹੈ, ਪਰ ਸ਼ਰਤ ਇਹ ਹੈ ਕਿ ਇਤਿਹਾਸ ਜਿਹੜਾ ਉਹ ਸਹੀ ਹੋਣਾ ਚਾਹੀਦਾ। ਜਿਵੇਂ ਕੋਈ ਬੰਦਾ ਬਿਮਾਰ ਹੈ, ਉਸ ਲਈ ਦਵਾਈ ਜ਼ਰੂਰੀ ਹੈ, ਪਰ ਦਵਾਈ ਜੋ ਹੈ ਉਹ ਬਿਮਾਰੀ ਦੀ ਮਰਜ਼ ਦੇ ਅਨੁਸਾਰ ਹੋਣੀ ਚਾਹੀਦੀ ਹੈ, ਤਦ ਹੀ ਲਾਹਾ ਹੈ। ਹੁਣੇ ਇੱਕ ਨਵੀਂ ਬਿਮਾਰੀ ਚੱਲੀ ਜਿਹੜੀ ਕੋਵਿਡ ਸ਼ੁਰੂ ਹੋਈ ਹੈ, ਜਦੋਂ ਤੱਕ ਉਸ ਦਾ ਅਸਲੀ ਟੀਕਾ ਨਹੀਂ ਆ ਗਿਆ ਸੀ ਉਦੋਂ ਤੱਕ ਬਹੁਤ ਬੜੀ ਦੁਨੀਆ ਦੇ ਵਿੱਚ ਬੇਚੈਨੀ ਸੀ। ਟੀਕਾਕਰਨ ਤਾਂ ਹੋਣਾ ਸੀ, ਪਰ ਕੋਈ ਵੀ ਟੀਕਾ ਚੁੱਕ ਕੇ ਨਹੀਂ ਲਗਾਇਆ ਜਾ ਸਕਦਾ। ਉਸ ਬਿਮਾਰੀ ਲਈ ਜਿਹੜਾ ਖਾਸ ਟੀਕਾ ਬਣਿਆ, ਉਸ ਨਾਲ ਹੀ ਬਿਮਾਰੀ ਜੋ ਹੈ ਉਸ 'ਤੇ ਕਾਬੂ ਪਾਇਆ ਜਾ ਸਕਦਾ ਹੈ। ਕਿਸੇ ਮੰਜ਼ਿਲ ਵੱਲ ਵੀ ਜਾਣਾ ਹੋਵੇ, ਨਵੀਂ ਜਗ੍ਹਾ ਹੋਵੇ, ਅਤੇ ਰਸਤਾ ਦੱਸਣ ਵਾਲਾ ਕੋਈ ਰਾਹ ਦਸੇਰਾ ਚਾਹੀਦਾ ਹੁੰਦਾ ਹੈ, ਪਰ ਇੱਕ ਸ਼ਰਤ ਹੈ ਕਿ ਜਿਹੜਾ ਰਾਹ ਦਸੇਰਾ ਹੋਵੇ ਉਹ ਸਹੀ ਰਾਹ ਦੱਸਣ ਵਾਲਾ ਹੋਵੇ, ਭਟਕਾਉਣ ਵਾਲਾ ਨਾ ਹੋਵੇ। ਜਿਸ ਨੂੰ ਆਪ ਹੀ ਰਸਤਾ ਨਾ ਪਤਾ ਹੋਵੇ, ਅਗਰ ਉਹ ਰਸਤਾ ਦੱਸ ਦੇਵੇ ਤਾਂ ਅਸੀਂ ਪਹਿਲੇ ਨਾਲੋਂ ਵੀ ਮੰਜ਼ਿਲ ਤੋਂ ਦੂਰ ਚਲੇ ਜਾਵਾਂਗੇ। ਇਵੇਂ ਇਤਿਹਾਸ ਦੀ ਗੱਲ ਹੈ। ਇਤਿਹਾਸ ਤਾਂ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਗੁਰਬਾਣੀ ਪੜ੍ਹਦੇ ਹਾਂ, ਗੁਰੂ ਅਮਰਦਾਸ ਜੀ ਮਹਾਰਾਜ ਲਿਖਦੇ ਹਨ, ਬਵਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ। ਆਪਣੇ ਬਜ਼ੁਰਗਾਂ ਦੀਆਂ, ਬਾਬਿਆਂ ਦੀਆਂ, ਆਪਣੇ ਹੋ ਗੁਜ਼ਰੇ ਮਹਾਨ ਪੁਰਸ਼ਾਂ ਦੀਆਂ ਜਿਹੜੀਆਂ ਬਾਣੀਆਂ ਕਹੀਆਂ ਹੋਈਆਂ ਗੱਲਾਂ, ਕਹਾਣੀਆਂ, ਜਿਹੜਾ ਉਹਨਾਂ ਦਾ ਇਤਿਹਾਸ ਹੈ, ਉਹ ਸਾਡੇ ਜੀਵਨ ਵਿੱਚ ਬਹੁਤ ਹੀ ਲਾਹੇਵੰਦ ਹੈ। ਸਾਨੂੰ ਚੰਗੇ ਪੁੱਤਰ ਸਪੁੱਤਰ ਬਣਨ ਵਿੱਚ ਸਹਾਈ ਹੁੰਦਾ ਹੈ, ਸਾਨੂੰ ਗੁਰਸਿੱਖ ਬਣਨ ਵਿੱਚ ਸਹਾਈ ਹੁੰਦਾ ਹੈ। ਪਰ ਸ਼ਰਤ ਸਿਰਫ ਤੇ ਸਿਰਫ ਇੱਕ ਹੈ, ਉਹ ਇਤਿਹਾਸ ਸਹੀ ਹੋਣਾ ਚਾਹੀਦਾ ਹੈ। ਅਗਰ ਇਤਿਹਾਸ ਤਾਂ ਅਸੀਂ ਸੁਣੀਏ ਸੁਣਾਈਏ, ਪਰ ਇਤਿਹਾਸ ਗਲਤ ਹੋਵੇ, ਸੱਚ ਨਾ ਹੋਵੇ, ਤਾਂ ਸਮਝ ਲਓ ਉਹ ਸਾਨੂੰ ਨਫੇ ਦੀ ਜਗ੍ਹਾ ਨੁਕਸਾਨ ਕਰੇਗਾ। ਪਹਿਲੇ ਨਾਲੋਂ ਵੀ ਸਾਨੂੰ ਤਕਲੀਫ ਪਹੁੰਚਾਏਗਾ, ਪਹਿਲੇ ਨਾਲੋਂ ਵੀ ਸੱਚ ਤੋਂ ਦੂਰ ਲੈ ਜਾਵੇਗਾ। ਇਤਿਹਾਸ ਲੜੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ, ਜੇਕਰ ਉਸ ਨੂੰ ਅਸੀਂ ਸਮਝ ਲਈਏ ਤਾਂ ਅਗਲੀ ਗੱਲ ਸਮਝਣੀ ਬੜੀ ਸੌਖੀ ਰਹੇਗੀ। ਸਹਿਜਪ੍ਰੀਤ ਅੱਜ ਬੜਾ ਖੁਸ਼ ਸੀ, ਕਿਉਂਕਿ ਅੱਜ ਉਸ ਦੇ ਜੋ ਮਨ ਦੀ ਉਮੰਗ ਸੀ, ਜੋ ਉਹਦੀ ਚਾਹਤ ਸੀ, ਉਸ ਦੇ ਪਿਤਾ ਨੇ ਪੂਰੀ ਕਰ ਦਿੱਤੀ ਸੀ। ਸਹਿਜਪ੍ਰੀਤ ਤੇ ਉਸ ਦਾ ਪਿਤਾ ਗੁਰਮੁਖ ਸਿੰਘ ਬਹੁਤ ਹੀ ਸੱਜਣ ਪੁਰਸ਼, ਸਮਾਜ ਦੇ ਵਿੱਚ ਬੜਾ ਇੱਜ਼ਤ ਮਾਣ, ਕਿਉਂਕਿ ਸਮਾਜ ਵਿੱਚ ਕਿਸ ਨੂੰ ਸਿਆਣਾ ਮੰਨਿਆ ਜਾਂਦਾ, ਕਿਸ ਨੂੰ ਚੰਗਾ ਮੰਨਿਆ ਜਾਂਦਾ, ਜਿਹੜਾ ਪਰਿਵਾਰ ਸਵੇਰੇ ਸ਼ਾਮ ਗੁਰੂ ਘਰ ਵਿਖੇ ਹਾਜ਼ਰੀ ਭਰੇ, ਕਥਾ ਕੀਰਤਨ ਸਰਵਣ ਕਰੇ, ਸੇਵਾ ਵਿੱਚ ਹਿੱਸਾ ਲਵੇ, ਉਸ ਪਰਿਵਾਰ ਦੀ ਸਮਾਜ ਵਿੱਚ ਬਹੁਤ ਇੱਜ਼ਤ ਹੁੰਦੀ ਹੈ। ਬਚਪਨ ਤੋਂ ਹੀ ਸਹਿਜਪ੍ਰੀਤ ਆਪਣੇ ਪਿਤਾ ਨਾਲ ਗੁਰਦੁਆਰੇ ਸਵੇਰੇ ਸ਼ਾਮ ਸੇਵਾ ਕਰਦਾ ਹੈ, ਹਾਜ਼ਰੀ ਭਰਦਾ ਹੈ, ਕਥਾ ਕੀਰਤਨ ਸਰਵਣ ਕਰਦਾ ਹੈ। ਭਾਵ ਦੇਖਣ ਪਾਖਣ ਨੂੰ ਹਰ ਤਰ੍ਹਾਂ ਨਾਲ ਸਮਾਜ ਵਿੱਚ ਉਹਨਾਂ ਦੀ ਇੱਕ ਗੁਰਸਿੱਖ ਹੋਣ ਦੇ ਨਾਤੇ, ਗੁਰਸਿੱਖੀ ਸਰੂਪ ਵਿੱਚ ਹੋਣ ਕਰਕੇ ਬਹੁਤ ਇੱਜ਼ਤ ਮਾਣ ਸੀ। ਕੋਈ ਵੀ ਕੰਮ ਇੱਕ ਪਰਿਵਾਰ ਕਰਦਾ, ਪਹਿਲਾਂ ਗੁਰੂ ਘਰ ਵਿਖੇ ਅਰਦਾਸ ਕਰਦਾ, ਗੁਰੂ ਦਾ ਸ਼ੁਕਰਾਨਾ ਕਰਦਾ, ਫਿਰ ਅੱਗੇ ਕਾਰਜ ਸ਼ੁਰੂ ਕਰਦਾ। ਅਜਿਹਾ ਹੀ ਹੋਇਆ, ਕਿਉਂਕਿ ਜਦੋਂ ਹੁਣ ਸਹਿਜਪ੍ਰੀਤ ਭਰ ਜਵਾਨੀ ਵਿੱਚ ਆ ਗਿਆ, ਕਾਲਜ ਵਿੱਚ ਸਾਰੇ ਸੰਗੀਆਂ ਸਾਥੀਆਂ ਨੇ ਬੁਲਟ ਮੋਟਰਸਾਈਕਲ ਖਰੀਦ ਲਏ। ਸਹਿਜਪ੍ਰੀਤ ਦਾ ਪਿਤਾ ਪੈਸੇ ਧੇਲੇ ਵੱਲੋਂ ਥੋੜ੍ਹਾ ਔਖਾ ਸੀ, ਹੱਥ ਤੰਗ ਸੀ, ਪਰ ਫਿਰ ਵੀ ਇਕਲੌਤਾ ਪੁੱਤਰ ਸੀ,
ਸਹਿਜਪ੍ਰੀਤ ਜਦੋਂ ਉਸਨੇ ਆਪਣੇ ਪਿਤਾ ਕੋਲ ਆਪਣੀ ਇਹ ਚਾਹਤ, ਆਪਣੇ ਮਨ ਦੀ ਖੁਆਇਸ਼ ਪੇਸ਼ ਕੀਤੀ ਕਿ ਪਿਤਾ ਜੀ ਸਾਰਿਆਂ ਕੋਲ ਬੁਲਟ ਮੋਟਰਸਾਈਕਲ ਹਨ, ਮੈਨੂੰ ਵੀ ਲੈ ਦਿਓ, ਤਾਂ ਪਿਤਾ ਨੇ ਔਖੇ ਸੌਖੇ ਪੈਸੇ ਇੱਧਰੋਂ ਉੱਧਰੋਂ ਫੜ ਕੇ ਕਰਜ਼ਾ ਚੁੱਕ ਕੇ ਆਪਣੇ ਪੁੱਤਰ ਨੂੰ ਸੋਹਣਾ ਨਵਾਂ ਬੁਲਟ ਮੋਟਰਸਾਈਕਲ ਲੈ ਕੇ ਦਿੱਤਾ। ਸਹਿਜਪ੍ਰੀਤ ਬੁਲਟ ਮੋਟਰਸਾਈਕਲ ਲੈ ਕੇ ਘਰ ਆਇਆ ਤਾਂ ਪਿਤਾ ਜੀ ਨੇ ਕਿਹਾ, ਪੁੱਤਰ ਇਹ ਮਾਲਕ ਨੇ, ਰੱਬ ਨੇ ਦਾਤ ਬਖਸ਼ੀ ਹੈ, ਕਿਤੇ ਬਾਹਰ ਅੰਦਰ ਜਾਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕ ਕੇ ਆ, ਅਰਦਾਸ ਕਰ, ਆਪਣੀ ਤੇਰੀ ਮਨੋਕਾਮਨਾ ਪੂਰੀ ਹੋਈ ਹੈ, ਗੁਰੂ ਦਾ ਸ਼ੁਕਰਾਨਾ ਕਰ। ਸਹਿਜਪ੍ਰੀਤ ਬੜੀ ਖੁਸ਼ੀ ਨਾਲ ਆਪਣੇ ਪਿਤਾ ਦਾ ਹੁਕਮ ਮੰਨਦਾ ਹੋਇਆ ਗੁਰੂ ਘਰ ਵਿਖੇ ਚਲਾ ਗਿਆ। ਉੱਥੇ ਜਾ ਕੇ ਅਰਦਾਸ ਕੀਤੀ, ਹੁਕਮਨਾਮਾ ਲਿਆ, ਗੁਰੂ ਦਾ ਸ਼ੁਕਰਾਨਾ ਕੀਤਾ, ਮਾਇਆ ਭੇਟ ਕੀਤੀ। ਬਹੁਤ ਖੁਸ਼ ਸੀ ਕਿ ਅੱਜ ਮੇਰੇ ਮਨ ਦੀ ਚਾਹਤ ਪੂਰੀ ਹੋਈ। ਹਾਲੇ ਸਹਿਜਪ੍ਰੀਤ ਗੇਟ ਤੋਂ ਬਾਹਰ ਆਇਆ ਸੀ ਤਾਂ ਇੱਕ ਸੰਤ ਬਾਬਾ ਉਸ ਨੇ ਆ ਕੇ ਸਾਹਮਣਿਓਂ ਆ ਕੇ ਸਹਿਜਪ੍ਰੀਤ ਨੂੰ ਫਤਿਹ ਬੁਲਾ ਦਿੱਤੀ। ਸਹਿਜਪ੍ਰੀਤ ਨੇ ਫਤਿਹ ਦਾ ਜਵਾਬ ਦਿੱਤਾ ਤੇ ਉਹ ਬਾਬਾ ਕਹਿਣ ਲੱਗਾ ਕਿ ਕਾਕਾ ਤੂੰ ਕੌਣ ਹੈ, ਕਿੱਥੋਂ ਆਇਆ, ਕਿਹੜੇ ਪਰਿਵਾਰ 'ਚੋਂ ਹੈ। ਤੇ ਸਹਿਜਪ੍ਰੀਤ ਨੇ ਸਾਰੀ ਗੱਲ ਦੱਸੀ ਕਿ ਮੇਰਾ ਨਾਂ ਸਹਿਜਪ੍ਰੀਤ ਸਿੰਘ ਹੈ, ਮੇਰੇ ਪਿਤਾ ਜੀ ਸਰਦਾਰ ਗੁਰਮੁਖ ਸਿੰਘ ਜੀ ਹਨ, ਅਸੀਂ ਇੱਥੇ ਨੇੜੇ ਹੀ ਰਹਿੰਦੇ ਹਾਂ, ਸਾਡਾ ਛੋਟਾ ਜਿਹਾ ਬਿਜ਼ਨਸ ਹੈ, ਵਪਾਰ ਕਰਦੇ ਮੇਰੇ ਪਿਤਾ ਜੀ, ਮੈਂ ਕਾਲਜ ਵਿੱਚ ਪੜ੍ਹਦਾ ਹਾਂ ਤੇ ਅਸੀਂ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਵਿਖੇ ਸੇਵਾ ਸੰਭਾਲ ਕਰਦੇ ਹਾਂ ਤੇ ਨਾਲੇ ਕਥਾ ਕੀਰਤਨ ਸਰਵਣ ਕਰਦੇ ਹਾਂ। ਅੱਗੋਂ ਸੰਤ ਕਹਿਣ ਲੱਗਾ ਕਿ ਗੱਲਾਂ ਤਾਂ ਤੂੰ ਬਹੁਤ ਸੋਹਣੀਆਂ ਕਰਦਾ, ਤੇਰਾ ਚਿਹਰਾ ਵੀ ਬੜਾ ਗੁਰਮੁਖੀ ਹੈ, ਪਰ ਇਹ ਸਭ ਅੱਜ ਕੱਲ੍ਹ ਜੋ ਮੈਂ ਦੇਖਦਾ ਹਾਂ ਇਹ ਸਭ ਬਾਹਰੋਂ ਕੁਝ ਹੋਰ ਹੈ, ਅੰਦਰੋਂ ਸਿੱਖੀ ਖਤਮ ਹੋ ਚੁੱਕੀ ਹੈ। ਸਹਿਜਪ੍ਰੀਤ ਦੇ ਮਨ ਨੂੰ ਬੜੀ ਚੋਟ ਲੱਗੀ ਕਿ ਇਹ ਅਜਨਬੀ, ਇਹ ਬੰਦਾ ਅੱਜ ਪਹਿਲੀ ਵਾਰ ਮਿਲਿਆ, ਇਹ ਸਾਡੀ ਸਿੱਖੀ ਉੱਤੇ ਸਵਾਲ ਕਰਨ ਲੱਗ ਗਿਆ। ਸਹਿਜਪ੍ਰੀਤ ਨੇ ਪੁੱਛਿਆ, ਬਾਬਾ ਇਹ ਕਿਹੜੀ ਗੱਲ ਕਰ ਦਿੱਤੀ, ਸਿੱਖੀ ਕਿੱਦਾਂ ਖਤਮ ਹੋ ਸਕਦੀ ਹੈ? ਸਿੱਖੀ ਤਾਂ ਅਸੀਂ ਜੀ ਜਾਨ ਨਾਲ ਜਿਉਂਦੇ ਹਾਂ, ਸਿੱਖੀ ਵਾਸਤੇ, ਗੁਰੂ ਵਾਸਤੇ ਅਸੀਂ ਤਾਂ ਆਪਣਾ ਸੀਸ ਦੇਣ ਨੂੰ ਤਿਆਰ ਹਾਂ। ਤੁਸੀਂ ਕਹਿੰਦੇ ਸਿੱਖੀ ਖਤਮ ਹੋ ਗਈ, ਤੁਸੀਂ ਇਹ ਕਿਵੇਂ ਫੈਸਲਾ ਕਰ ਲਿਆ ਕਿ ਸਾਡੇ ਕੋਲ ਸਿੱਖੀ ਨਹੀਂ ਆ? ਅਸੀਂ ਰੋਜ਼ ਬਚਪਨ ਤੋਂ ਹੀ ਪੂਰਾ ਪਰਿਵਾਰ ਸਵੇਰੇ ਸ਼ਾਮ ਗੁਰਦੁਆਰੇ ਆ ਕੇ ਹਾਜ਼ਰੀ ਭਰਦੇ ਹਾਂ, ਸਾਰੇ ਤਰ੍ਹਾਂ ਦੀ ਸੇਵਾ ਕਰਦੇ ਹਾਂ, ਪਾਠ ਕਰਦੇ ਹਾਂ, ਕੀਰਤਨ ਅਸੀਂ ਆਪ ਕਰ ਲੈਂਦੇ ਹਾਂ ਤੇ ਅਸੀਂ ਰੋਮਾਂ ਦੀ ਬੇਅਦਬੀ ਵੀ ਨਹੀਂ ਕੀਤੀ ਹੈ, ਅਸੀਂ ਪੂਰੇ ਗੁਰਸਿੱਖੀ ਨੂੰ ਧਾਰਨ ਕੀਤਾ ਹੋਇਆ, ਗੁਰਸਿੱਖੀ ਜੀਵਨ ਬਤੀਤ ਕਰ ਰਹੇ ਹੋ, ਤੂੰ ਸਾਡੇ ਤੇ ਕੁਐਸਚਨ ਕਰ ਦਿੱਤਾ ਆ ਕੇ, ਹੱਦ ਹੋ ਗਈ ਹੈ, ਤੂੰ ਸਾਡਾ ਕਦੋਂ ਟੈਸਟ ਲੈ ਲਿਆ? ਅੱਗੋਂ ਉਹ ਬਾਬਾ ਕਹਿਣ ਲੱਗਾ, ਭਾਈ ਗੱਲੀ ਬਾਤੀ ਤਾਂ ਸਾਰੇ ਸਿੱਖ ਹੁੰਦੇ ਆ, ਪਰ ਜਦੋਂ ਕੋਈ ਇਮਤਿਹਾਨ ਆਉਂਦਾ ਹੈ, ਜਦੋਂ ਕੋਈ ਵਕਤ ਦੀ ਘੜੀ ਆਉਂਦੀ ਹੈ, ਸਾਰੇ ਭੱਜ ਜਾਂਦੇ ਨੇ। ਪਰ ਸਹਿਜਪ੍ਰੀਤ ਨੂੰ ਐਵੇਂ ਹੋ ਜਿਵੇਂ ਉਹ ਸੰਤ ਗੱਲਾਂ ਕਰਦਾ ਸੀ, ਚੋਟ ਡੂੰਘੀ ਲੱਗੀ ਜਾਵੇ। ਉਸ ਨੂੰ ਗੁੱਸਾ ਵੀ ਆ ਰਿਹਾ ਸੀ ਕਿ ਇਹ ਬੰਦਾ ਪਹਿਲੀ ਵਾਰ ਮਿਲਿਆ, ਪਰ ਇਹ ਸਾਡੀ ਸਿੱਖੀ ਉੱਤੇ ਹੀ ਸਵਾਲ ਖੜੇ ਕਰ ਰਿਹਾ, ਇਸਨੇ ਸਾਡਾ ਕੀ ਦੇਖ ਲਿਆ? ਥੋੜ੍ਹਾ ਜਿਹਾ ਤਲਖੀ ਵਿੱਚ, ਜੋਸ਼ ਵਿੱਚ ਸਹਿਜਪ੍ਰੀਤ ਨੇ ਕਿਹਾ, ਬਾਬਾ ਬੁਝਾਰਤਾਂ ਜਿਹੀਆਂ ਕਿਉਂ ਪਾਈ ਜਾ ਰਿਹਾ? ਤੂੰ ਸਾਡੀ ਕਿਹੜੀ ਕਾਣ ਦੇਖ ਲਈ, ਸਾਡੀ ਕਿਹੜੀ ਉਣਤਾਈ ਦੇਖ ਲਈ, ਤੂੰ ਸਾਨੂੰ ਸਿੱਖੀ ਤੋਂ ਥੱਲੇ ਨੀਵਾਂ ਦੱਸ ਰਿਹਾ? ਬਾਬਾ ਕਹਿਣ ਲੱਗਾ, ਮੈਂ ਕੁਝ ਨਹੀਂ ਦੇਖਿਆ, ਤੁਹਾਡਾ ਸਰੂਪ ਵੀ ਬੜਾ ਗੁਰਸਿੱਖੀ ਵਾਲਾ ਹੈ, ਤੁਸੀਂ ਇਹ ਵੀ ਦੱਸਿਆ ਕਿ ਸਵੇਰੇ ਸ਼ਾਮ ਗੁਰਦੁਆਰੇ ਮੱਥਾ ਟੇਕਦੇ ਹੋ, ਆ ਕੇ ਸੇਵਾ ਕਰਦੇ ਹੋ, ਨਾਲੇ ਤੁਸੀਂ ਕੀਰਤਨ ਖੁਦ ਵੀ ਕਰ ਲੈਂਦੇ ਹੋ, ਕਥਾ ਵਿਚਾਰਾਂ ਬਚਪਨ ਤੋਂ ਸੁਣਦੇ ਆ ਰਹੇ ਹੋ, ਪਰ ਫਿਰ ਵੀ ਕਾਕਾ ਇਹ ਸਿੱਖੀ ਕਮਾਉਣੀ ਬਹੁਤ ਔਖੀ ਹੈ, ਇਹ ਤਾਂ ਗੁਰੂ ਸਾਹਿਬਾਨ ਨੇ ਆਪਣਾ ਸਰਬੰਸ ਵਾਰਿਆ, ਪਰਿਵਾਰ ਬੱਚੇ ਵਾਰੇ, ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਇਹ ਗੱਲਾਂ ਕਹਾਣੀਆਂ ਕਹਿਣੀਆਂ ਬੜੀਆਂ ਸੌਖੀਆਂ ਨੇ, ਪਰ ਕਮਾਉਣੀ ਬੜੀ ਔਖੀ ਹੈ। ਜਦੋਂ ਇੰਨੀਆਂ ਚੋਭਾਂ ਲੱਗ ਗਈਆਂ, ਸਹਿਜਪ੍ਰੀਤ ਹੋਰ ਥੋੜ੍ਹਾ ਜਿਹਾ ਗੁੱਸੇ ਵਿੱਚ ਆਇਆ, ਜੋਸ਼ ਵਿੱਚ ਆਇਆ ਕਿ ਬਾਬਾ ਸਿੱਧੀ ਗੱਲ ਕਰ, ਗੱਲ ਕੀ ਹੈ? ਤੂੰ ਸਾਡੀ ਸਿੱਖੀ ਕਦੋਂ ਪਰਖ ਲਈ? ਅਸੀਂ ਤਾਂ ਪੂਰੇ ਸਿੱਖ ਹਾਂ, ਹਰ ਤਰ੍ਹਾਂ ਸਿੱਖ ਹਾਂ, ਅਸੀਂ ਹਰ ਜਜ਼ਬੇ ਨਾਲ ਅਸੀਂ ਆਪਣਾ ਸੀਸ ਤੱਕ ਕਟਵਾਉਣ ਨੂੰ ਤਿਆਰ ਹਾਂ, ਤੁਸੀਂ ਸਾਡੀ ਸਿੱਖੀ 'ਤੇ ਕੁਐਸਚਨ ਕਰੀ ਜਾ ਰਹੇ ਹੋ। ਤੇ ਬਾਬਾ ਬੋਲਿਆ, ਕਾਕਾ ਰਹਿ ਜਾ, ਰੁਕ ਜਾ, ਇਹ ਬੜਾ ਔਖਾ ਕੰਮ ਹੈ। ਫਿਰ ਸਹਿਜਪ੍ਰੀਤ ਕਹਿੰਦੇ, ਨਹੀਂ ਗੱਲ ਸਿੱਧੀ ਕਰ, ਕੀ ਕਹਿਣਾ ਚਾਹੁੰਦਾ? ਤੇ ਬਾਬਾ ਕਹਿਣ ਲੱਗਾ, ਭਾਈ ਜੇ ਤੂੰ ਐਡਾ ਹੀ ਸਿੱਖੀ ਤੋਂ ਕੁਰਬਾਨ ਹੋਣ ਨੂੰ ਤਿਆਰ ਹਾਂ
ਤੇ ਇੰਜ ਕਰ, ਇਹ ਜਿਹੜਾ ਮੋਟਰਸਾਈਕਲ ਦੀਆਂ ਚਾਬੀਆਂ ਮੈਨੂੰ ਦੇ ਦੇ। ਭਾਵ ਇਹ ਮੋਟਰਸਾਈਕਲ ਮੈਨੂੰ ਦੇ ਦੇ। ਸਹਿਜਪ੍ਰੀਤ ਸੋਚੀ ਪੈ ਗਿਆ ਕਿ ਇਹ ਬੜੀ ਮੁਸ਼ਕਿਲ ਨਾਲ ਬਾਪੂ ਨੇ ਮੋਟਰਸਾਈਕਲ ਲੈ ਕੇ ਦਿੱਤਾ। ਇਹ ਬਾਬਾ ਜਿਹੜਾ ਇਹ ਕਹਿੰਦਾ ਮੋਟਰਸਾਈਕਲ ਮੈਨੂੰ ਦੇ ਦੇ। ਰੁਕ ਗਿਆ, ਹਾਲੇ ਸੋਚ ਹੀ ਰਿਹਾ ਸੀ ਤਾਂ ਇਹਨੇ ਵਿੱਚ ਜੋ ਉਸ ਬਾਬੇ ਨੇ ਕੀ ਕਿਹਾ ਕਿ ਕਾਕਾ, ਮੈਂ ਤੈਨੂੰ ਐਵੇਂ ਨਹੀਂ ਕਿਹਾ ਸੀ ਕਿ ਇਹ ਸਿੱਖੀ ਕਮਾਉਣੀ ਬੜੀ ਔਖੀ ਹੈ, ਪਰ ਹੁਣ ਪਤਾ ਲੱਗਾ ਨਾ ਕਿ ਇਹ ਬੜਾ ਔਖਾ ਕੰਮ ਹੈ, ਤੇ ਮੈਂ ਸਿਰਫ ਸਾਰਾ ਕੁਝ ਸੋਚ ਸਮਝ ਕੇ ਹੀ ਕਿਹਾ ਸੀ। ਠੀਕ ਹੈ, ਰਹਿਣ ਦੇ, ਕੋਈ ਨਹੀਂ, ਮੈਂ ਤਾਂ ਟੈਸਟ ਹੀ ਕਰਨਾ ਸੀ। ਜਦੋਂ ਇੰਨੀ ਗੱਲ ਗਈ ਤਾਂ ਸਹਿਜਪ੍ਰੀਤ ਨੇ, ਜਦੋਂ ਇਤਨੀ ਗੱਲ ਉਸ ਸੰਤ ਨੇ ਕਹੀ ਤਾਂ ਸਹਿਜਪ੍ਰੀਤ ਨੇ ਮੋਟਰਸਾਈਕਲ ਦੀਆਂ ਚਾਬੀਆਂ ਉਹਦੇ ਹੱਥ 'ਤੇ ਰੱਖੀਆਂ ਤੇ ਕਿਹਾ, ਲੈ ਭਾਈ ਬਾਬਾ, ਇਹ ਕਿਹੜੀ ਗੱਲ ਹੈ, ਫੜ ਮੋਟਰਸਾਈਕਲ, ਚਾਬੀਆਂ ਫੜ। ਫਿਰ ਬਾਬਾ ਦੇਖੇ ਬੜਾ ਹੈਰਾਨ ਹੋਇਆ ਕਿ ਕਮਾਲ ਹੈ, ਇਹ ਬੱਚਾ ਨੌਜਵਾਨ ਹੈ, ਇਹ ਕਿੰਨਾ ਮਤਲਬ ਸਿੱਖੀ ਨੂੰ ਪੜਨਾਇਆ ਹੋਇਆ, ਮੋਟਰਸਾਈਕਲ ਦੀਆਂ ਚਾਬੀਆਂ ਦੇ ਦਿੱਤੀਆਂ। ਖੈਰ ਅਗਲੀ ਗੱਲ ਕੀਤੀ, ਹੋਰ ਤੇਰੇ ਕੋਲ ਕੁਛ ਹੈ? ਕੀ ਕੁਛ ਹੈ? ਸਹਿਜਪ੍ਰੀਤ ਕਹਿੰਦਾ, ਮੇਰੇ ਕੋਲ ਪਰਸ ਹੈ, ਉਹਦੇ ਵਿੱਚ ਕੁਝ ਪੈਸੇ ਹੈ। ਬਾਬਾ ਕਹਿੰਦਾ, ਉਹ ਵੀ ਦੇ ਦੇ। ਉਹ ਵੀ ਦੇ ਦਿੱਤੇ। ਜਦੋਂ ਦੋਨੋਂ ਚੀਜ਼ਾਂ ਬਾਬੇ ਨੂੰ ਦੇ ਦਿੱਤੀਆਂ, ਬਾਬਾ ਸਹਿਜਪ੍ਰੀਤ ਦੀ ਬੜੀ ਉਸਤਤ ਕਰਨ ਲੱਗਾ, ਕਹਿਣ ਲੱਗਾ, ਧੰਨ ਧੰਨ ਤੂੰ ਸਹਿਜਪ੍ਰੀਤ, ਧੰਨ ਤੇਰਾ ਪਿਤਾ, ਧੰਨ ਤੁਹਾਡਾ ਪਰਿਵਾਰ। ਮੈਂ ਤਾਂ ਸੋਚਿਆ ਸੀ ਸਿੱਖੀ ਦੀ ਜੜ ਸੁੱਕ ਗਈ ਹੈ, ਪਰ ਸਿੱਖੀ ਦੀ ਜੜ ਹਾਲੇ ਹਰੀ ਹੈ। ਤੁਸੀਂ ਇਹ ਸਿੱਧ ਕਰ ਦਿੱਤਾ ਕਿ ਤੁਸੀਂ ਸਿੱਖੀ ਨੂੰ ਕਾਇਮ ਰੱਖਿਆ ਹੈ। ਖੈਰ, ਤੁਸੀਂ ਆਪਣੇ ਇਮਤਿਹਾਨ ਵਿੱਚੋਂ ਪੂਰੇ ਹੋਏ ਹੋ। ਮੈਂ ਸਿਰਫ ਇਮਤਿਹਾਨ ਲੈਣਾ ਸੀ। ਅਸੀਂ ਫੱਕੜ ਲੋਕ ਹਾਂ, ਸਾਧ ਲੋਕ ਹਾਂ। ਅੱਜ ਇੱਥੇ, ਕੱਲ੍ਹ ਕਿਤੇ ਹੋਰ। ਲੈ ਫੜ ਆਪਣੇ ਮੋਟਰਸਾਈਕਲ ਦੀਆਂ ਚਾਬੀਆਂ, ਆਹ ਫੜ ਆਪਣਾ ਪਰਸ। ਇਹ ਤੁਹਾਡੀ ਸੇਵਾ ਸਾਡੇ ਕੋਲ ਆ ਗਈ। ਤੁਹਾਡਾ ਜੋ ਕੁਰਬਾਨੀ ਸੀ ਉਹ ਪ੍ਰਵਾਨ ਹੋ ਗਈ। ਤੁਸੀਂ ਇਮਤਿਹਾਨ ਵਿੱਚੋਂ ਪਾਸ ਹੋਏ ਹੋ, ਆਪਣਾ ਸਾਰਾ ਸਮਾਨ ਵਾਪਸ ਲੈ ਲਓ। ਪਰ ਸਹਿਜਪ੍ਰੀਤ, ਜੋ ਬਚਪਨ ਤੋਂ ਹੀ ਬਹੁਤ ਹੀ ਕਥਾ ਕਹਾਣੀਆਂ ਸੁਣ ਕੇ ਉਸਨੇ ਯਾਦ ਕਰ ਰੱਖੀਆਂ ਸਨ, ਉਹ ਕਹਿਣ ਲੱਗਾ ਕਿ ਬਾਬਾ, ਇਹ ਗੱਲ ਨਹੀਂ, ਜਿਹੜੀ ਚੀਜ਼ ਹੱਥੋਂ ਛੱਡ ਦਿੱਤੀ ਉਹ ਵਾਪਸ ਨਹੀਂ ਲੈਣੀ। ਵਾਪਸ ਲੈਣਾ ਧਰਮ ਨਹੀਂ ਹੈ। ਤੇ ਇਸ ਕਰਕੇ ਉਹ ਸਹਿਜਪ੍ਰੀਤ ਨੇ ਉਹ ਮੋਟਰਸਾਈਕਲ ਦੀਆਂ ਚਾਬੀਆਂ ਤੇ ਆਪਣਾ ਪਰਸ ਉਸ ਸੰਤ ਬਾਬੇ ਨੂੰ ਦੇ ਦਿੱਤਾ। ਸੰਤ ਬਾਬੇ ਨੇ ਮੋਟਰਸਾਈਕਲ ਨੂੰ ਸਟਾਰਟ ਕੀਤਾ ਤੇ ਮਿੰਟਾਂ ਸਕਿੰਟਾਂ ਵਿੱਚ ਉੱਥੋਂ ਫੁਰਨ ਹੋ ਗਿਆ। ਸਹਿਜਪ੍ਰੀਤ ਚੁੱਪਚਾਪ ਆਪਣੇ ਘਰ ਆ ਗਿਆ। ਜਦੋਂ ਘਰ ਪਹੁੰਚਿਆ, ਪਿਤਾ ਜੀ ਨੇ ਪੁੱਛਿਆ, ਕਿਉਂ ਕਾਕਾ, ਮੱਥਾ ਟੇਕ ਆਇਆ? ਕਹਿੰਦਾ, ਹਾਂ ਪਿਤਾ ਜੀ, ਟੇਕ ਆਇਆ। ਕਿੰਨਾ ਟੇਕ ਆਇਆ? ਸਹਿਜਪ੍ਰੀਤ ਕਹਿੰਦਾ, ਪਿਤਾ ਜੀ, ਸਾਰਾ ਹੀ ਟੇਕ ਆਇਆ। ਪਿਤਾ ਜੀ ਨੂੰ ਕੁਝ ਸਮਝ ਨਹੀਂ ਆਈ। ਪਹਿਲੇ ਤਾਂ ਉਸ ਨੂੰ ਸ਼ੱਕ ਪਿਆ ਜਦੋਂ ਮੋਟਰਸਾਈਕਲ ਦੀ ਆਵਾਜ਼ ਨਹੀਂ ਆਈ ਜਦੋਂ ਘਰ ਆ ਰਿਹਾ ਸੀ, ਪਰ ਸਾਰਾ ਹੀ ਟੇਕ ਆਇਆ। ਸਾਰਾ ਕਿੰਨਾ? ਪਿਤਾ ਜੀ, ਸਾਰਾ ਹੀ ਟੇਕ ਆਇਆ। ਭਈ ਬੁਝਾਰਤਾਂ ਕਿਉਂ ਪਾਉਣਾ, ਪੂਰੀ ਗੱਲ ਦੱਸ, ਸਾਰਾ ਕਿੰਨਾ? ਪਿਤਾ ਜੀ, ਮੈਂ ਮੋਟਰਸਾਈਕਲ ਦਾ ਮੱਥਾ ਟੇਕ ਆਇਆ। ਮੈਨੂੰ ਇੱਕ ਬਾਬਾ ਮਿਲਿਆ ਸੀ, ਇਸ ਤਰ੍ਹਾਂ ਮੇਰੀ ਉਹਦੇ ਨਾਲ ਵਾਰਦਾਤ ਹੋਈ, ਤਾਂ ਮੈਂ ਉਸ ਨੂੰ ਮੋਟਰਸਾਈਕਲ ਤੇ ਨਾਲੇ ਪਰਸ ਸਾਰਾ ਮੱਥਾ ਟੇਕ ਆਇਆ। ਇੰਨੀ ਗੱਲ ਸੁਣਦਿਆਂ ਹੀ ਪਿਤਾ ਜੀ ਬਿਲਕੁਲ ਹੈਰਾਨ ਪਰੇਸ਼ਾਨ ਹੋ ਗਏ। ਪੁੱਤਰ, ਇਹ ਕੀ ਕੀਤਾ? ਪਿਤਾ ਜੀ, ਇਹਦੇ ਵਿੱਚ ਕੀ ਗਲਤ ਹੈ? ਉਹ ਇਸ ਤਰ੍ਹਾਂ ਗੱਲਬਾਤ ਹੋਈ। ਉਹ ਮੇਰੇ ਸਿੱਖੀ ਦਾ ਇਮਤਿਹਾਨ ਲੈਣ ਲੱਗਾ ਤੇ ਮੈਂ ਉਸ ਨੂੰ ਸਾਰਾ ਕੁਝ ਦੇ ਦਿੱਤਾ। ਇਮਤਿਹਾਨ, ਸਿੱਖੀ ਦਾ ਇਮਤਿਹਾਨ ਪਾਸ ਕਰਨਾ ਜ਼ਰੂਰੀ ਸੀ। ਉਹ ਮੈਨੂੰ ਕਹਿੰਦਾ ਸੀ ਕਿ ਮੈਨੂੰ ਗੁਰੂ ਦਾ ਹੁਕਮ ਹੈ ਕਿ ਮੈਂ ਤੁਹਾਡੇ ਤੋਂ ਮੋਟਰਸਾਈਕਲ ਲੈ ਲਵਾਂ, ਤੁਹਾਡੇ ਕੋਲ ਪੈਸੇ ਲੈ ਲਵਾਂ, ਇਹ ਇਮਤਿਹਾਨ ਹੈ ਤੁਹਾਡਾ। ਤੇ ਸਾਨੂੰ ਤਾਂ ਇਹ ਸਿਖਾਇਆ ਗਿਆ ਕਿ ਗੁਰਮਤ ਲਈ, ਸਿੱਖੀ ਲਈ ਅਗਰ ਸਿਰ ਦੇਣਾ ਪੈ ਜਾਏ ਤਾਂ ਵੀ ਸਿੱਖੀ, ਸਿਰ ਦੇ ਕੇ ਵੀ ਮਿਲ ਜਾਏ ਤਾਂ ਸੌਖੀ ਹੈ, ਸਸਤੀ ਹੈ। ਤੇ ਮੈਂ ਤਾਂ ਸਿਰਫ ਮੋਟਰਸਾਈਕਲ ਦੇ ਕੇ ਆਇਆ। ਉਹ ਬਾਬਾ ਜੀ ਨੇ ਇਹੀ ਮੰਗਿਆ ਸੀ। ਸਹਿਜਪ੍ਰੀਤ ਦਾ ਪਿਤਾ ਮੱਥੇ 'ਤੇ ਹੱਥ ਮਾਰਦਾ, ਉਸ ਨੂੰ ਬੁਰਾ ਭਲਾ ਕਹਿੰਦਾ, ਪਰ ਹੁਣ ਕਰ ਕੀ ਸਕਦਾ ਸੀ। ਤੇ ਇਸ ਤਰ੍ਹਾਂ ਕਰਕੇ ਇਹ ਜਿਹੜੀ ਕਹਾਣੀ ਹੋਈ
ਕਹਾਣੀ ਅਸਲ ਵਿੱਚ ਕੀ ਹੈ। ਕਹਾਣੀ ਇਹ ਹੈ ਕਿ ਇਹ ਕਹਾਣੀ ਸਹਿਜਪ੍ਰੀਤ ਨੇ ਫਿਰ ਆਪਣੇ ਪਿਤਾ ਜੀ ਨੂੰ ਉਹ ਸਾਰੀ ਕਹਾਣੀ ਸੁਣਾਈ ਜੋ ਬਚਪਨ ਤੋਂ ਗੁਰਦੁਆਰਾ ਸਾਹਿਬ ਵਿਖੇ ਉਸ ਨੂੰ ਸੁਣਾਈ ਜਾਂਦੀ ਸੀ। ਅਤੇ ਅਸੀਂ ਜਦੋਂ ਇਹ ਕਹਾਣੀ ਸੁਣਾਈ ਜਾਂਦੀ ਸੀ ਤਾਂ ਗੁਰਦੁਆਰਾ ਸਾਹਿਬ ਵਿਖੇ ਜੋ ਹੈ ਸੰਗਤਾਂ ਬੜੇ ਉਤਸ਼ਾਹ ਨਾਲ ਜਕਾਰੇ ਛੱਡਿਆ ਕਰਦੀਆਂ ਸਨ, ਔਰ ਉਹਨਾਂ ਦੇ ਪਿਤਾ ਜੀ ਵੀ ਕਈ ਵਾਰ ਜਕਾਰਾ ਛੱਡਦੇ ਸਨ ਕਿ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਕਹਿੰਦੇ ਸਨ, ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ। ਭਾਵ ਗੁਰੂ ਸਾਹਿਬ ਨੇ ਜੋ ਪੂਰਨੇ ਪਾਏ ਤੋਂ ਉਹ ਸਾਰਿਆਂ ਦੇ ਉੱਤੇ ਲੋਕੀ ਜਕਾਰੇ ਛੱਡਦੇ ਸਨ। ਇਸ ਕਰਕੇ ਜੋ ਗੁਰੂ ਨਾਨਕ ਦੇਵ ਜੀ ਨੇ ਜੋ ਕੀਤਾ ਸੀ, ਅੱਗੇ ਉਹ ਕਹਾਣੀ ਤੁਹਾਨੂੰ ਜੋ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ ਉਹ ਤੁਹਾਨੂੰ ਮੈਂ ਇੱਥੇ ਸੁਣਾਉਣਾ ਹਾਂ। ਇੱਥੇ ਮੈਂ ਉਸਦੀ ਅਸਲੀ ਇਬਾਰਤ ਨਹੀਂ ਪੜ੍ਹਾਂਗਾ, ਸਿਰਫ ਜੋ ਡਾਕਟਰ ਅਜੀਤ ਸਿੰਘ ਔਲਖ ਨੇ ਅਰਥ ਕੀਤੇ ਹਨ ਉਹ ਅਰਥਾਂ ਦੇ ਵਿੱਚੋਂ ਮੈਂ ਤੁਹਾਨੂੰ ਦੱਸਾਂਗਾ। ਉਹਨਾਂ ਦੀ ਪਹਿਲੀ ਪੋਥੀ ਹੈ ਔਰ ਸਫਾ 181 ਹੈ। ਅਤੇ ਕੀ ਕਹਿੰਦੇ ਨੇ ਕਿ ਇੱਕ ਦਿਨ ਕੀ ਹੋਇਆ, ਇਹ ਭਾਈ ਬਾਲਾ ਜੀ ਕਹਾਣੀ ਸੁਣਾ ਰਹੇ ਨੇ, ਠੀਕ ਹੈ। ਭਾਈ ਬਾਲਾ ਜੀ ਕਹਾਣੀ ਸੁਣਾ ਰਹੇ ਨੇ ਕਿ ਜੋ ਇੱਕ ਦਿਨ ਕੀ ਹੋਇਆ, ਇੱਕ ਬਾਹਰ ਸਾਧੂ ਆਇਆ ਅਤੇ ਉਸਨੇ ਆ ਕੇ, ਸਾਧੂ ਨੇ ਕੀ ਕੀਤਾ, ਬਾਹਰ ਆ ਕੇ ਬੈਠ ਗਿਆ ਤਾਂ ਉਸਨੇ ਆਪਣਾ ਸਾਧੂ ਦਾ ਭੇਖ ਧਾਰਨ ਕੀਤਾ ਹੋਇਆ ਸੀ। ਭਾਈ ਬਾਲਾ ਜੀ ਕਹਿੰਦੇ ਹਨ, ਹੇ ਸੁੱਖਾਂ ਦੇ ਦਾਤੇ ਗੁਰੂ ਅੰਗਦ ਦੇਵ ਜੀ, ਬਾਅਦ ਵਿੱਚ ਗੁਰੂ ਨਾਨਕ ਜੀ ਜਿਸ ਤਰ੍ਹਾਂ ਰਹੇ ਤੈਸੀ ਕਥਾ ਤੁਸੀਂ ਸੁਣੋ। ਘਰ ਵਿੱਚ ਜੋਗ ਦੀ ਰੀਤੀ ਵਰਤਦੇ ਸਨ ਅਤੇ ਹਰ ਵੇਲੇ ਨਿਰਲੇਪ ਅਤੇ ਵਿਵੇਕ ਤੋਂ ਰਹਿਤ ਹੋ ਕੇ ਰਹਿੰਦੇ ਸਨ। ਜਿਸ ਤਰ੍ਹਾਂ ਜਨਕ ਜੀ ਗ੍ਰਸਥ ਆਸ਼ਰਮ ਵਿੱਚ ਰਹੇ, ਅੱਜ ਉਹ ਪ੍ਰਤੱਖ ਕਹਾਣੀ ਸੁਣੋ। ਜਿਵੇਂ ਅੱਗ ਵਿੱਚ ਸਵਾਹ ਲੁਕੀ ਹੁੰਦੀ ਹੈ, ਇਸ ਤਰ੍ਹਾਂ ਗੁਣਾਂ ਦੇ ਖਜ਼ਾਨੇ ਨੇ ਆਪਣੀ ਕਲਾ ਨੂੰ ਛੁਪਾ ਕੇ ਰੱਖਿਆ ਹੈ। ਅਣਜਾਣ ਆਦਮੀ ਉਸ ਨੂੰ ਸਮਝ ਨਹੀਂ ਸੀ ਸਕਦਾ ਅਤੇ ਸਾਰੇ ਮਿਲ ਕੇ ਉਹ ਇਸ ਤਰ੍ਹਾਂ ਕਹਿੰਦੇ ਹਨ, ਜਗਤ ਨੂੰ ਜਾਣਨ ਤੋਂ ਬਗੈਰ ਕੰਮ ਕਰਨਾ ਬੜਾ ਕਠਿਨ ਹੈ ਅਤੇ ਸਮਝ ਵੀ ਨਹੀਂ ਆਉਂਦੀ ਹੈ। ਸ਼੍ਰੀ ਬੇਦੀ ਕੁਲ ਦੇ ਚੰਦ ਸਦਾ ਇੱਕ ਸਮਾਨ ਸੁਭਾਅ ਵਿੱਚ ਰਹਿੰਦੇ ਹਨ, ਭਾਵ ਨਾ ਉਹ ਕਦੇ ਗੁੱਸੇ ਵਿੱਚ ਆਉਂਦੇ ਹਨ ਅਤੇ ਨਾ ਹੀ ਬਹੁਤ ਖੁਸ਼ ਹੁੰਦੇ ਹਨ। ਕਮਲ ਫੁੱਲ ਵਰਗੇ ਦੁਰਬੁੱਧੀ ਵਾਲੇ ਲੋਕ ਗੁਰੂ ਨਾਨਕ ਜੀ ਨੂੰ ਕਿਵੇਂ ਪਛਾਣ ਸਕਦੇ ਸਨ। ਧਰਮ ਧਾਰਨ ਵਾਲੇ ਅਗਾਧ ਪੁਰਸ਼ ਨੂੰ ਇਸ ਯੁਕਤੀ ਅਨੁਸਾਰ ਸਮਾਂ ਹੀ ਪ੍ਰਗਟ ਕਰੇਗਾ। ਇੱਕ ਦਿਨ ਤਲਵੰਡੀ ਚੱਲ ਕੇ ਇੱਕ ਸਾਧ ਆਇਆ। ਇੱਥੋਂ ਕਹਾਣੀ ਸਾਰੀ ਸ਼ੁਰੂ ਹੁੰਦੀ ਹੈ। ਤਲਵੰਡੀ ਚੱਲ ਕੇ ਇੱਕ ਸਾਧ ਆਇਆ। ਉਸ ਕਿੱਦਾਂ ਦਾ ਸੀ? ਸਰੀਰ 'ਤੇ ਸੰਤ ਦਾ ਰੂਪ ਬਣਾ ਪਿੰਡ ਦੇ ਬਾਹਰ ਇੱਕ ਚੰਗਾ ਆਸਣ ਵਿਛਾ ਕੇ ਬੈਠ ਗਿਆ। ਉਸ ਸਮੇਂ ਗੁਰੂ ਨਾਨਕ ਦੇਵ ਜੀ ਸਹਿਜ ਸੁਭਾਅ ਉੱਥੇ ਗਏ, ਉਸ ਨੂੰ ਕਰਤਾਰ ਕਰਤਾਰ ਕਹਿ ਕੇ ਬੈਠ ਗਏ। ਗੁਰੂ ਜੀ ਨੇ ਸੋਨੇ ਦੀ ਮੁੰਦਰੀ ਆਪਣੀ ਛੋਟੀ ਉਂਗਲੀ ਵਿੱਚ ਪਾਈ ਹੋਈ ਸੀ ਅਤੇ ਹੱਥ ਵਿੱਚ ਲੋਟਾ ਫੜਿਆ ਹੋਇਆ ਸੀ। ਗੁਰੂ ਨਾਨਕ ਜੀ ਨੂੰ ਵੇਖ ਉਹ ਸਾਧੂ ਪੁੱਛਣ ਲੱਗਾ, ਤੁਹਾਡਾ ਨਾਂ ਕੀ ਹੈ? ਕਿਹੜਾ ਵਰਨ, ਕਿਹੜੀ ਰੀਤੀ ਹੈ ਅਤੇ ਆਪਣੇ ਚਿੱਤ ਦੀ ਪ੍ਰਤੀਤ ਨੂੰ ਸਮਝਾ ਕੇ ਦੱਸੋ। ਉਹ ਸਾਧੂ ਜਿਹੜਾ ਬੈਠਾ ਸੀ ਉਸਨੇ ਇਹ ਸਵਾਲ ਗੁਰੂ ਨਾਨਕ ਦੇਵ ਜੀ ਨੂੰ ਪੁੱਛੇ। ਗੁਰੂ ਨਾਨਕ ਜੀ ਨੇ ਉੱਤਰ ਦਿੱਤਾ, ਨਾਨਕ ਮੇਰਾ ਨਾਂ ਹੈ ਅਤੇ ਨਿਰੰਕਾਰੀ ਮੇਰੇ ਸਰੀਰ ਦਾ ਵੇਸ ਜਾਣੋ। ਖੱਤਰੀ ਮੇਰੀ ਜਾਤੀ ਹੈ ਅਤੇ ਗੋਤ ਮੇਰੀ ਬੇਦੀ ਸਮਝੋ। ਇਹ ਸੁਣ ਕੇ ਸੰਤ ਨੇ ਕਿਹਾ, ਤੁਸੀਂ ਆਪ ਨਿਰੰਕਾਰੀ ਬਣੇ ਹੋ, ਭਾਵ ਤੁਸੀਂ ਆਪਣੇ ਆਪ ਨੂੰ ਨਿਰੰਕਾਰੀ ਕਹਿ ਰਹੇ ਹੋ, ਪਰ ਅਸੀਂ ਕਿਵੇਂ ਪ੍ਰਮਾਣ ਕਰੀਏ, ਅਸੀਂ ਕਿਵੇਂ ਸਮਝੀਏ, ਕਿਵੇਂ ਮੰਨੀਏ? ਆਪਣੇ ਆਪ ਨੂੰ ਤਾਂ ਕੋਈ ਮੀਆਂ ਮਿੱਠੂ ਕਹੇਗਾ ਆਪਣੇ ਮੂੰਹ ਤੋਂ, ਪਰ ਉਹ ਸਾਧ ਕਹਿੰਦਾ ਹੈ, ਉਹ ਬਾਬਾ ਕਹਿੰਦਾ ਹੈ ਕਿ ਮੈਂ ਕਿੱਦਾਂ ਮੰਨਾਂ ਵੀ ਤੂੰ ਨਿਰੰਕਾਰੀ ਹੈ? ਤੁਹਾਡੇ ਪਾਸ ਇਸ ਦਾ ਕੀ ਸਬੂਤ ਹੈ? ਇਹ ਸਵਾਲ ਕਰ ਰਿਹਾ ਉਹ ਸੰਤ ਗੁਰੂ ਨਾਨਕ ਦੇਵ ਜੀ ਨੂੰ। ਸਾਡੀ ਇਸ ਗੱਲ ਦਾ ਉੱਤਰ ਦੇਵੋ। ਅੱਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ, ਆਪ ਦਾ ਤਾਂ ਸੰਤ ਰੂਪ ਮਤ ਹੈ, ਅਨੂਪ ਸ਼ੁਭ ਬਣੇ ਹੋ, ਪਰ ਨਿਰੰਕਾਰ ਦੇ ਭੇਦ ਨੂੰ ਪਹਿਚਾਣਦੇ ਨਹੀਂ। ਇਹ ਸ਼ਬਦ ਕਹਿ ਕੇ ਗੁਰੂ ਜੀ ਨੇ
ਆਪਣੇ ਹੱਥ ਤੋਂ ਛਾਪ ਲਾਹੀ, ਆਪਣੇ ਹੱਥ ਤੋਂ ਛਾਪ ਲਾ ਲਈ ਤੇ ਲੋਟੇ ਸਮੇਤ ਸੁੱਖਾਂ ਦੇ ਦਾਤੇ ਨੇ ਸਾਧੂ ਨੂੰ ਦੇ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਇਹ ਸਿੱਧ ਕਰਨ ਲਈ ਕਿ ਮੈਂ ਨਿਰੰਕਾਰੀ ਹਾਂ, ਆਪਣੀ ਸੋਨੇ ਦੀ ਮੁੰਦਰੀ ਹੱਥ ਤੋਂ ਲਾਹੀ ਤੇ ਨਾਲ ਲੋਟਾ ਜਿਹੜਾ ਸੀ ਉਹ ਸਾਧੂ ਨੂੰ ਭੇਟ ਕਰ ਦਿੱਤਾ। ਸਾਧੂ ਨੇ ਕਿਹਾ, ਸਾਨੂੰ ਇਹ ਮੁੰਦਰੀ ਲੋਟਾ ਮਿਲ ਗਿਆ ਹੈ, ਤੁਸੀਂ ਹੁਣ ਵਾਪਸ ਲੈ ਲਵੋ। ਜਦੋਂ ਗੁਰੂ ਨਾਨਕ ਸਾਹਿਬ ਨੇ ਇਹ ਦੋਨੋਂ ਚੀਜ਼ਾਂ ਅਰਪਣ ਕੀਤੀਆਂ, ਸਾਧੂ ਕਹਿਣ ਲੱਗਾ ਵੀ ਸਾਡੇ ਕੋਲ ਤੁਹਾਡੀ ਇਹ ਜਿਹੜੀ ਭੇਟਾ ਆ ਗਈ ਹੈ, ਜਿਵੇਂ ਉਹ ਬਾਬਾ ਕਹਿੰਦਾ ਸੀ ਵੀ ਸਾਡੇ ਕੋਲ ਤੁਹਾਡਾ ਮੋਟਰਸਾਈਕਲ ਆ ਗਿਆ, ਪੈਸੇ ਆ ਗਏ, ਹੁਣ ਤੁਸੀਂ ਵਾਪਸ ਲੈ ਲਓ। ਐਵੇਂ ਗੁਰੂ ਨਾਨਕ ਨੂੰ ਉਹ ਸਾਧੂ ਕਹਿ ਰਿਹਾ ਕਿ ਭਾਈ ਤੁਹਾਡੀ ਭੇਟਾ ਛਾਪ ਤੇ ਜਿਹੜਾ ਲੋਟਾ ਮੇਰੇ ਕੋਲ ਆ ਗਿਆ ਹੈ, ਸਾਨੂੰ ਨਹੀਂ ਚਾਹੀਦਾ, ਤੁਸੀਂ ਇਸ ਨੂੰ ਲੈ ਲਓ, ਤੁਸੀਂ ਹੁਣ ਵਾਪਸ ਲੈ ਲਵੋ। ਮੇਰੇ ਇਹ ਕਿਸ ਕੰਮ, ਮੇਰੇ ਕਿਸੇ ਕੰਮ ਨਹੀਂ ਹੈ, ਮਤਲਬ ਭਾਵ ਤੁਸੀਂ ਇਹਨਾਂ ਨੂੰ ਆਪਣੇ ਘਰ ਲੈ ਜਾਵੋ। ਇਹ ਸੁਣ ਕੇ ਗੁਰੂ ਜੀ ਨੇ ਕਿਹਾ, ਕੀ ਕਿਹਾ? ਆ ਦੇਖੋ ਸਾਨੂੰ ਕਿਵੇਂ ਇੱਕ ਨਖਿੱਧ ਨਲਾਇਕ, ਇੱਕ ਕਿਵੇਂ ਅਸਮਾਜਿਕ, ਕਿਵੇਂ ਸਮਾਜ ਵਿੱਚ ਪਛੜੇ ਹੋਏ ਲੋਕ, ਮੰਦਬੁੱਧੀ ਲੋਕ ਬਣਾਉਣ ਲਈ ਕਵੀ ਸੰਤੋਖ ਸਿੰਘ ਨੇ ਇਹ ਕਹਾਣੀਆਂ ਲਿਖੀਆਂ। ਅਸੀਂ ਇਹਨਾਂ ਨੂੰ ਸਟੇਜਾਂ ਤੋਂ ਸੁਣਾ ਕੇ ਜਕਾਰੇ ਛੱਡੀ ਜਾਂਦੇ ਹਾਂ। ਅਵੀ ਗੁਰੂ ਨਾਨਕ ਦੇ ਮੁਖ ਤੋਂ ਕੀ ਕਢਵਾ ਰਿਹਾ? ਇੱਕ ਵਾਰੀ ਹੱਥੀਂ ਦੇ ਕੇ ਫਿਰ ਵਾਪਸ ਲਈਏ, ਇਹ ਵਾਜਬ ਨਹੀਂ। ਇਹ ਇਨਵਰਟਡ ਕੌਮਾਂ ਦੇ ਵਿੱਚ ਲਿਖਿਆ ਹੋਇਆ ਗੁਰੂ ਨਾਨਕ ਦੇਵ ਦੇ ਮੁਖ ਤੋਂ ਕਵੀ ਸੰਤੋਖ ਸਿੰਘ ਕਢਵਾ ਰਿਹਾ ਵੀ ਇੱਕ ਵਾਰ ਕੋਈ ਚੀਜ਼ ਕਿਸੇ ਨੂੰ ਦੇ ਦਈਏ, ਫਿਰ ਉਹ ਵਾਪਸ ਲੈਣੀ ਵਾਜਬ ਨਹੀਂ। ਦੇ ਕੇ ਫਿਰ ਵਾਪਸ ਲੈਣ ਨਾਲ ਧਰਮ ਨੂੰ ਲਾਜ ਲੱਗਦੀ ਹੈ, ਭਾਵ ਧਰਮ ਨਹੀਂ ਰਹਿੰਦਾ। ਹੁਣ ਸਹਿਜਪ੍ਰੀਤ ਆਪਣਾ ਮੋਟਰਸਾਈਕਲ ਦੇ ਕੇ ਵਾਪਸ ਕਿੱਦਾਂ ਲੈਂਦਾ? ਆਪਣਾ ਪਰਸ ਦੇ ਕੇ ਵਾਪਸ ਕਿੱਦਾਂ ਲੈਂਦਾ? ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ, ਉਹਨਾਂ ਨੇ ਐਸਾ ਕੁਝ ਨਹੀਂ ਕੀਤਾ, ਪਰ ਇਹ ਕਹਾਣੀਕਾਰਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਅਜਿਹਾ ਜਿਹਾ ਢਿੱਲੜ ਜਿਹਾ ਘਰ ਲੁਟਾਉਣ ਵਾਲਾ ਸੋਚਿਆ ਜਾਵੇ। ਗੁਰੂ ਨਾਨਕ ਪਾਤਸ਼ਾਹ ਤੋਂ ਕੋਈ ਕੰਮ ਕਰਦੇ ਨਹੀਂ ਸੀ, ਕਿਉਂਕਿ ਅਸੀਂ ਜੋ ਇਸ ਲਿਖਾਰੀ ਦੇ ਲਿਖੇ ਅਨੁਸਾਰ ਜੇ ਮੱਝਾਂ ਚਾਰਨ ਭੇਜੇ ਉੱਥੇ ਸੌਂ ਗਏ, ਜੱਟ ਦੀ ਫਸਲ ਉਜਾੜ ਦਿੱਤੀ। ਉਹ ਦੂਜੀ ਗੱਲ ਹੈ, ਕਰਾਮਾਤ ਨਾਲ ਖੇਤੀ ਹਰੀ ਕਰਤੀ। ਕਰਾਮਾਤ ਸਿੱਖ ਧਰਮ 'ਚ ਮੰਨੀ ਨਹੀਂ ਜਾਂਦੀ, ਪਰ ਇੱਕ ਲਿਖਾਰੀ ਨੇ ਬਣਾ ਦਿੱਤੀ। ਜੇ ਆਪਣੇ ਖੇਤ ਦੀ ਰਾਖੀ ਕਰਨ ਗਏ ਤਾਂ ਵੀ ਸੌਂ ਗਏ, ਤਾਂ ਖੇਤ ਨੂੰ ਲੋਕਾਂ ਦੇ ਪਸ਼ੂਆਂ ਨੇ ਖਾ ਲਿਆ। ਕਮਾਲ ਦੀ ਗੱਲ ਹੈ। ਫਿਰ ਅੱਗੇ ਗਏ, ਜੇ ਪਿਤਾ ਜੀ ਨੇ ਪੈਸੇ ਦਿੱਤੇ ਵੀ ਕਾਕਾ ਜਾ ਕੇ ਕੋਈ ਵਪਾਰ ਕਰ ਲਓ, ਹੱਟੀ ਕਰ ਲਓ, 20 ਰੁਪਏ ਦਿੱਤੇ, ਉਹ ਵੀ ਭੁੱਖੇ ਸਾਧੂਆਂ ਨੂੰ ਖਵਾਤੇ। ਭਾਵ ਹੁਣ ਤੱਕ ਇਸ ਲਿਖਾਰੀ ਦੇ ਲਿਖੇ ਅਨੁਸਾਰ, ਕਵੀ ਸੰਤੋਖ ਸਿੰਘ ਦੇ ਲਿਖੇ ਅਨੁਸਾਰ, ਗੁਰੂ ਨਾਨਕ ਪਾਤਸ਼ਾਹ ਨੇ ਦੱਖਾ ਤੋੜ ਕੇ ਦੋਹਰਾ ਨਹੀਂ ਕੀਤਾ। ਭਾਵ ਇੱਕ ਵੀ ਪੈਸੇ ਦੀ ਕਮਾਈ ਨਹੀਂ ਕੀਤੀ। ਪਹਿਲੀ ਗੱਲ ਤਾਂ ਗੁਰੂ ਨਾਨਕ ਦੇ ਛਾਪ ਪਵਾਤੀ ਸੋਨੇ ਦੀ ਮੁੰਦਰੀ। ਗੁਰਬਾਣੀ ਕਹਿੰਦੀ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ। ਪਰ ਤੁਸੀਂ ਕਹਿ ਦੋਗੇ ਕਿ ਉਦੋਂ ਤੇ ਗੁਰੂ ਪਾਤਸ਼ਾਹ ਹਾਲੇ ਛੋਟੀ ਬਾਲ ਅਵਸਥਾ ਵਿੱਚ ਸਨ, ਕਹਿ ਦੋਗੇ, ਠੀਕ ਹੈ, ਵੀ ਮਾਤਾ ਪਿਤਾ ਦਾ ਕਹਿਣਾ ਮੰਨ ਕੇ ਛਾਪ ਪਾਈ ਹੋਏਗੀ, ਪਰ ਖਰਚ ਤਾਂ ਮਾਤਾ ਪਿਤਾ ਨੇ ਕੀਤਾ ਸੀ, ਪੈਸੇ ਮਾਤਾ ਪਿਤਾ ਨੇ ਖਰਚੇ ਸੀ, ਤੇ ਗੁਰੂ ਸਾਹਿਬ ਨੇ ਉਹ ਪੈਸਿਆਂ ਨੂੰ, ਛਾਪ ਨੂੰ ਵੀ ਲੁਟਾ ਦਿੱਤਾ, ਲੋਟੇ ਨੂੰ ਵੀ ਲੁਟਾ ਦਿੱਤਾ। ਅਸੀਂ ਇਸ ਨੂੰ ਸਿਆਣੀ ਗੱਲ ਕਹੀ ਜਾਂਦੇ ਵੀ ਗੁਰੂ ਸਾਹਿਬ ਤੇ ਬਹੁਤ ਸਿਆਣੇ ਸੀ ਲੁਟਾਉਣ ਵਾਲੇ, ਪਰ ਜੇ ਸਾਡਾ ਬੱਚਾ ਹੀ ਉਹੀ ਲੁਟਾ ਆਇਆ, ਫਿਰ ਅਸੀਂ ਕਹਿੰਦੇ ਵੀ ਇੱਦਾਂ ਨਹੀਂ ਕਰਨੀ ਸੀ। ਹੁਣ ਜੇ ਅਸੀਂ ਸਿੱਖਿਆ ਸਾਰੀ ਉਮਰ ਬੱਚਿਆਂ ਨੂੰ ਇਹ ਦੇਣੀ ਹੈ ਕਿ ਇਹ ਗੁਰੂ ਬਾਬੇ ਨਾਨਕ ਨੇ ਬਹੁਤ ਚੰਗੇ ਕੰਮ ਕੀਤੇ ਕਿ ਸਭ ਘਰ ਲੁਟਾਈ ਜਾਂਦਾ ਸੀ, ਕਰਦਾ ਕੁਛ ਨਹੀਂ ਸੀ, ਫਿਰ ਤਾਂ ਭਾਈ ਚੰਗੀ ਗੱਲ ਹੈ, ਫਿਰ ਤਾਂ ਲੁਟਾਈ ਜਾਂਦਾ ਸੀ। ਫਿਰ ਸਾਡੇ ਬੱਚੇ ਵੀ ਲੁਟਾਉਣਗੇ, ਫਿਰ ਕਹਿਣਗੇ ਵੀ ਬੱਚੇ ਸਾਡੇ ਖਰਾਬ ਬੜੇ ਆ।
ਤੋ ਕਹਿਣ ਤੋਂ ਭਾਵ ਇਤਿਹਾਸ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਇਤਿਹਾਸ ਪੜ੍ਹ ਸੁਣ ਕੇ ਅਸੀਂ ਸੁਚੱਜਾ ਜੀਵਨ ਜੂ ਸਕੀਏ। ਪਰ ਅਜਿਹਾ ਇਤਿਹਾਸ ਪੜ੍ਹ ਕੇ ਤਾਂ ਸਾਡੇ ਬੱਚੇ ਘਰ ਲੁਟਾਉਣਗੇ, ਘਰਾਂ ਵਿੱਚ ਲੜਾਈਆਂ ਪੈਣਗੀਆਂ, ਘਰਾਂ ਵਿੱਚ ਵਖਰੇਵੇਂ ਹੋਣਗੇ, ਘਰਾਂ ਦੀ ਅਸ਼ਾਂਤੀ ਹੋਏਗੀ। ਜੇ ਤਾਂ ਖਾਲਸਾ ਜੀ ਅਜਿਹਾ ਸਮਾਜ ਚਾਹੁੰਦੇ ਹੋ ਕਿ ਤੁਸੀਂ ਕਮਾਈ ਕਰੋ, ਬੱਚੇ ਲੁਟਾਈ ਜਾਣ, ਇਹੀ ਧਰਮ ਹੈ, ਫਿਰ ਤਾਂ ਇਸ ਗ੍ਰੰਥ ਨੂੰ ਸੀਨੇ ਨਾਲ ਘੁੱਟ ਕੇ ਜੱਫੀ ਪਾ ਲਓ, ਸਿਰ 'ਤੇ ਚੁੱਕੋ, ਚੌਰ ਕਰੋ, ਜੋ ਮਰਜ਼ੀ ਕਰੋ। ਪਰ ਜੇ ਚਾਹੁੰਦੇ ਆ ਕਿ ਚੰਗੇ ਸਮਾਜ ਦੀ ਸਿਰਜਣਾ ਹੋਵੇ, ਸੋਹਣਾ ਖੁਸ਼ਹਾਲ ਪਿਆਰ ਕਰਨ ਵਾਲਾ ਸਮਾਜ, ਜਿਉਂਦਾ ਜਾਗਦਾ ਸਮਾਜ ਬਣੇ, ਤਾਂ ਫਿਰ ਇਸ ਕਹਾਣੀ ਨੂੰ ਪੜ੍ਹ ਕੇ ਜ਼ਰਾ ਸਮਝਣਾ ਕਿ ਇਹ ਗੁਰਮਤਿ ਹੈ, ਕਿ ਇਹ ਇਸ ਤਰ੍ਹਾਂ ਅਸੀਂ ਜੀਵਨ ਬਤੀਤ ਕਰ ਸਕਦੇ ਹਾਂ। ਫਿਰ ਅੱਗੇ ਲਿਖਿਆ ਸਾਰਾ ਕੁਝ। ਮਹਿਤਾ ਕਾਲੂ ਜੀ ਨੇ ਬਹੁਤ ਡਾਂਟਿਆ, ਬਹੁਤ ਹੀ ਗੁੱਸੇ ਹੋਏ। ਫਿਰ ਰਾਏ ਬਲਾਰ ਕੋ ਗਏ, ਰਾਏ ਬਲਾਰ ਨੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੱਖ ਪੂਰਿਆ। ਮਹਿਤਾ ਕਾਲੂ ਨੂੰ ਮੰਨ ਲਓ ਪੂਰਾ ਸਾਨੂੰ ਸਿਸਟਮ, ਅਸਲ ਵਿੱਚ ਇੱਕ ਕਹਾਣੀ ਲਿਖਣ ਦਾ ਪਰਪਸ ਕਿਆ ਹੈ? ਪਰਪਸ ਇਹ ਆ ਕਿ ਵਿਹਲੜ ਬੰਦਾ ਆ ਕੇ ਅਗਰ ਤੁਹਾਡੇ ਕੋਲੋਂ ਕੁਛ ਮੰਗਦਾ ਹੈ ਜਾਂ ਤੁਹਾਨੂੰ ਕੋਈ ਟੈਸਟ ਲੈਂਦਾ, ਟੈਸਟ 'ਚੋਂ ਪਾਸ ਹੋਣਾ, ਭਾਵੇਂ ਸਾਰਾ ਘਰ ਜ਼ਮੀਨ ਜਾਇਦਾਦ ਉਹਦੇ ਨਾਲ ਲਵਾ ਦਿਓ। ਸਿੱਖੀ ਦਾ ਇਹੀ ਹੈ ਕਿ ਨੰਗੇ ਹੋ ਕੇ ਬਹਿ ਜਾਓ, ਵਿਹਲੜਾਂ ਨੂੰ ਦਾਨ ਕਰ ਦਿਓ। ਇਹ ਸਿੱਖੀ ਸੂਰਜ ਪ੍ਰਕਾਸ਼ ਗ੍ਰੰਥ ਨੇ ਸਾਨੂੰ ਸਿਖਾਈ ਹੈ। ਜਿੰਨੇ ਸਟੇਜਾਂ ਤੋਂ ਅੱਜ ਕਥਾ ਵਾਚਕ ਬਾਬੇ ਸੰਤ ਸਾਨੂੰ ਇਹ ਕਹਾਣੀਆਂ ਨੂੰ ਜੋੜਦੇ ਆ, ਕਹਾਣੀਆਂ ਨਾਲ ਜੋੜਦੇ ਆ, ਕਹਿੰਦੇ ਸੂਰਜ ਪ੍ਰਕਾਸ਼ ਗ੍ਰੰਥ 'ਚ ਇਹ ਸਾਡਾ ਇਤਿਹਾਸ ਦਾ ਸੋਮਾ ਹੈ। ਉਹਨਾਂ ਦਾ ਇੱਕੋ ਇੱਕ ਮਕਸਦ ਸਿਰਫ ਇੱਕ ਹੈ ਕਿ ਉਹਨਾਂ ਨੂੰ ਦਾਨ ਪੁੰਨ ਮਿਲਦਾ ਰਹੇ, ਉਹਨਾਂ ਦਾ ਰੋਜੀ ਰੋਟੀ ਚੱਲਦਾ ਰਹੇ। ਨਾ ਉਹਨਾਂ ਨੂੰ ਗੁਰੂ ਨਾਨਕ ਨਾਲ ਕੋਈ ਮਤਲਬ ਹੈ, ਨਾ ਉਹਨਾਂ ਨੂੰ ਗੁਰੂ ਨਾਨਕ ਦੀ ਸੰਗਤ ਨਾਲ ਕੋਈ ਮਤਲਬ ਹੈ। ਇਹ ਦੋ ਟੁਕ ਗੱਲ ਹੈ। ਪਰ ਫਿਰ ਵੀ ਜੇ ਹਾਲੇ ਵੀ ਸੰਗਤਾਂ ਇਹ ਕਹਿੰਦੀਆਂ ਨੇ, ਸਮਝਦੀਆਂ ਨੇ ਕਿ ਨਹੀਂ ਜੀ ਇਹ ਤਾਂ ਬਹੁਤ ਚੰਗੀਆਂ ਗੱਲਾਂ, ਭਈ ਫਿਰ ਜੇ ਤੁਹਾਡੇ ਬੱਚੇ ਇੱਦਾਂ ਘਰ ਲੁਟਾ ਕੇ ਆ ਗਏ, ਫਿਰ ਜਿਗਰਾ ਵੱਡਾ ਰੱਖਿਓ, ਭਾਵੇਂ ਸਾਰੀ ਜ਼ਮੀਨ ਜਾਇਦਾਦ ਹੀ ਲੁਟਾ ਦੇਣਗੇ। ਮੈਂ ਨਹੀਂ ਮੰਨਦਾ ਕਿ ਸਾਡਾ ਗੁਰੂ ਨਾਨਕ ਐਸਾ ਸੀ। ਸਾਡਾ ਗੁਰੂ ਨਾਨਕ ਜਾਗਦਾ ਸੀ, ਸੁੱਤਿਆਂ ਨੂੰ ਜਗਾਉਂਦਾ ਸੀ, ਸਮਾਜ ਵਿੱਚ ਰਹਿਣ ਦੀ ਜੀਵਨ ਜਾਚ ਸਿਖਾਉਂਦਾ ਸੀ, ਹਰ ਕੰਮ ਆਪ ਪ੍ਰੈਕਟੀਕਲ ਕਰਕੇ ਲੋਕਾਂ ਨੂੰ ਸਮਝਾਉਂਦਾ ਸੀ। ਭਾਵੇਂ ਪਸ਼ੂ ਚਾਰਨ ਵਾਲਾ ਹੋਵੇ, ਖੇਤੀ ਕਰਨ ਵਾਲਾ ਹੋਵੇ, ਵਣਜ ਵਪਾਰ ਕਰਨ ਵਾਲਾ ਹੋਵੇ ਜਾਂ ਨੌਕਰੀ ਕਰਨ ਵਾਲਾ ਹੋਵੇ, ਸਾਡੇ ਗੁਰੂ ਨਾਨਕ ਨੇ ਬੜਾ ਸਤਰਕ ਹੋ ਕੇ, ਬੜਾ ਜਾਗ ਕੇ ਸਾਰੇ ਕੰਮ ਕੀਤੇ ਸੀ। ਇਹਨਾਂ ਨੇ ਨਿਖਿੱਧ ਕਹਾਣੀਆਂ ਜੋੜ ਕੇ ਸਾਨੂੰ ਮਿੱਟੀ ਦੇ ਮਾਧੋ ਬਣਾ ਕੇ ਛੱਡ ਦਿੱਤਾ, ਸਾਨੂੰ ਨਿਕੰਮੇ ਬਣਾ ਕੇ ਛੱਡ ਦਿੱਤਾ, ਸਾਨੂੰ ਅਦਮ ਹੋਇਆ ਸਮਾਜ ਬਣਾ ਕੇ ਛੱਡ ਦਿੱਤਾ। ਪਰ ਜੇ ਅਸੀਂ ਜਾਗਾਂਗੇ ਤਾਂ ਅਸੀਂ ਤਾਂ ਪੁਣ ਛਾਣ ਕਰੀ ਜਾਣੀ ਆ। ਅੱਗੇ ਸੰਗਤਾਂ ਦੀ ਮਰਜ਼ੀ ਹੈ ਕਿ ਇਹ ਜਿਹੜੀ ਖੋਜ ਨੂੰ ਪ੍ਰਵਾਨ ਕਰਨਾ, ਨਹੀਂ ਕਰਨਾ, ਅੱਜ ਕਰਨਾ, ਕੱਲ੍ਹ ਕਰਨਾ, 10 ਸਾਲ ਬਾਅਦ, 20 ਸਾਲ ਬਾਅਦ ਕਰਨਾ, ਪਰ ਅਸੀਂ ਆਪਣੀ ਡਿਊਟੀ ਨਿਭਾਈ ਜਾਣੀ ਹੈ। ਅੱਗੇ ਸਾਧ ਸੰਗਤ ਜੀ ਤੁਹਾਡੀ ਮਰਜ਼ੀ ਹੈ। ਇੱਕੋ ਹੀ ਬੇਨਤੀ ਵਾਰ-ਵਾਰ ਕਰਾਂਗਾ ਕਿ ਇਹ ਵੀਡੀਓ ਨੂੰ ਦੇਖਿਆ ਕਰੋ। ਅਗਰ ਤੁਹਾਨੂੰ ਚੰਗਾ ਲੱਗੇ ਇਹ ਉਦਮ, ਤਾਂ ਇਹ ਵੀਡੀਓ ਨੂੰ ਅੱਗੇ ਸਾਂਝਾ ਕਰੋ ਅਤੇ ਮੇਰੇ ਚੈਨਲ ਸੱਚ ਦੀ ਖੋਜ ਵਿਦ ਬਲਦੇਵ ਸਿੰਘ MA ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਇਹ ਗਿਆਨ ਦਾ ਜੋ ਚਾਨਣ ਹੈ, ਜੋ ਅਸੀਂ ਪ੍ਰਕਾਸ਼ ਹੈ, ਗੁਰੂ ਨਾਨਕ ਦੇ ਸੱਚ ਦੀ ਗੱਲ ਅਸੀਂ ਸੰਸਾਰ 'ਤੇ ਅੱਗੇ ਪਹੁੰਚਾ ਸਕੀਏ। ਵਿਚਾਰਾਂ ਕਰਦਿਆਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਬਖਸ਼ ਲੈਣਾ। ਇਤਿਹਾਸ ਇਹੋ ਜਿਹਾ ਹੀ ਆ, ਇਹੋ ਜਿਹੇ ਨਿਖਿੱਧ ਇਤਿਹਾਸ ਕੋਲੋਂ ਸਾਡਾ ਕੀ ਥੋੜ੍ਹਿਆ ਹੈ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।